ਪਿਆਰੇ ਬੱਚਿਓ, ਪਿਛਲੇ ਕੁਝ ਦਿਨਾਂ ਤੋਂ 9ਵੀਂ ਕਲਾਸ ਦਾ ਪਾਠ ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ ਇਹਦੇ ਬਾਰੇ ਸਾਨੂੰ ਰੋਜ਼ਾਨਾ ਅਸਾਈਨਮੈਂਟ ਆ ਰਹੀ ਹੈ। ਸਾਡੀ ਅੱਜ 8 ਅਕਤੂਬਰ 2020 ਦੀ ਅਸਾਈਨਮੈਂਟ ਵੀ ਇਸ ਨਾਲ ਹੀ ਸੰਬੰਧਿਤ ਹੈ। ਇਸ ਨੂੰ ਅੱਗੇ ਦੇਖਦੇ ਹਾਂ। ਆਮ ਕਾਨੂੰਨ ਪਾਸ ਕਰਨ ਦੀ ਵਿਧੀ ਤੇ ਸੰਵਿਧਾਨ ਵਿੱਚ ਸੋਧ ਦੀ ਵਿਧੀ ਪੱਖੋਂ ਭਾਰਤ ਦਾ ਸੰਵਿਧਾਨ ਦੀ ਕਿਸਮ ਹੈ ਕਠੋਰ ਅਤੇ ਲਚਕੀਲਾ ਸੰਵਿਧਾਨ। ਸੰਵਿਧਾਨ ਵਿੱਚ ਸੋਧ ਕਰਨ ਲਈ 3 ਤਰ੍ਹਾਂ ਦੀ ਵਿਵਸਥਾ ਕੀਤੀ ਗਈ ਹੈ। ਤੋ ਬੱਚੋ, ਕਠੋਰ ਅਤੇ ਲਚਕੀਲਾ ਸੰਵਿਧਾਨ, ਇਸ ਤੋਂ ਕੀ ਭਾਵ ਆ? ਕਠੋਰ ਮਤਲਬ ਹੁੰਦਾ ਸਖਤ, ਲਚਕੀਲਾ ਹੁੰਦਾ ਜਿਹੜੀ ਚੀਜ਼ ਨੂੰ ਆਪਾਂ ਆਰਾਮ ਨਾਲ ਮੋੜ ਸਕਦੇ ਹੋਈਏ। ਇਹ ਦੋ ਸ਼ਬਦਾਂ ਦਾ ਅਰਥ ਇਹ ਨਿਕਲਦਾ ਆ। ਪਰ ਜੇ ਅਸੀਂ ਸੰਵਿਧਾਨ ਦੇ ਪੱਖ ਤੋਂ ਲੈਂਦੇ ਹਾਂ ਅਤੇ ਜੇ ਅਸੀਂ ਸੰਵਿਧਾਨ ਦੇ ਵਿੱਚ ਸੋਧ ਕਰਨੀ ਆ, ਕੁਛ ਨਵਾਂ ਐਡ ਕਰਨਾ ਆ, ਕੁਛ ਵਿੱਚੋਂ ਕੱਟਣਾ ਆ, ਤਾਂ ਉਹਦੇ ਲਈ ਸਾਨੂੰ, ਜੇ ਅਸੀਂ ਕਠੋਰ ਦੀ ਗੱਲ ਕਰੀਏ ਤਾਂ ਉਸ ਸੰਵਿਧਾਨ ਦੀ ਸੋਧ ਕਰਨੀ ਮੁਸ਼ਕਲ ਆ, ਬੜਾ ਵੱਡਾ ਪ੍ਰੋਸੈਸ ਹੈਗਾ। ਉਹਨੂੰ ਫੋਲੋ ਕਰਕੇ ਹੀ ਅਸੀਂ ਜਿਹੜਾ ਆ ਸੰਵਿਧਾਨ ਦੇ ਵਿੱਚ ਕੋਈ ਸੋਧ ਕਰ ਸਕਦੇ ਹਾਂ ਜਾਂ ਕੋਈ ਨਵੀਂ ਚੀਜ਼ ਐਡ ਕਰ ਸਕਦੇ ਹਾਂ। ਅਤੇ ਲਚਕੀਲਾ ਤਾਂ ਕਿਹਾ ਜਾਂਦਾ ਵੀ ਇਹਨੂੰ ਸੰਵਿਧਾਨ 'ਚ ਸੋਧ ਕਰਨੀ ਸੌਖੀ ਵੀ ਆ। ਇਸ ਕਰਕੇ ਸੌਖੀ ਰੱਖੀ ਗਈ ਹੈ ਤਾਂ ਕਿ ਸਮੇਂ ਦੀ ਮੰਗ ਦੇ ਅਨੁਸਾਰ ਜੇਕਰ ਸੰਵਿਧਾਨ ਦੇ ਵਿੱਚ ਕੁਛ ਚੇਂਜ ਕਰਨ ਦੀ ਲੋੜ ਆਉਂਦੀ ਹੈ ਅਤੇ ਉਹ ਆਸਾਨੀ ਨਾਲ ਚੇਂਜ ਹੋ ਸਕੇ। ਅੱਗੇ ਅਸੀਂ ਪੜ੍ਹਨਾ ਹੈ ਵੀ ਸੰਵਿਧਾਨ ਦੀ ਜਿਹੜੀ ਸੋਧ ਹੈ ਉਹ ਕਿਸ ਤਰ੍ਹਾਂ ਹੋ ਸਕਦੀ ਆ। ਪਹਿਲਾ ਆ ਸੰਸਦ ਦੇ ਸਧਾਰਨ ਬਹੁਮਤ ਦੁਆਰਾ। ਸੰਵਿਧਾਨ ਵਿੱਚ ਕੁਝ ਵਿਸ਼ੇ ਅਜਿਹੇ ਹਨ ਜਿਸ ਵਿੱਚ ਸੰਸਦ ਆਮ ਕਾਨੂੰਨ ਬਣਾਉਣ ਦੀ ਵਿਧੀ ਵਾਂਗ ਹੀ ਸੋਧ ਕਰ ਸਕਦੀ ਹੈ, ਜਿਵੇਂ ਅਨੁਛੇਦ 2, 3 ਅਤੇ 4 ਰਾਜਾਂ ਦੇ ਨਾਵਾਂ ਵਿੱਚ ਹੈ ਅਤੇ ਹੱਦਾਂ ਦੀ ਤਬਦੀਲੀ ਕਰਨ ਅਤੇ ਨਵੇਂ ਰਾਜਾਂ ਦੀ ਸਥਾਪਨਾ ਕਰਨੀ। ਇਹ ਵਿਧੀ ਲਚਕੀਲੇ ਸੰਵਿਧਾਨ ਅਧੀਨ ਆਉਂਦੀ ਹੈ। ਹੁਣ ਜਿਹੜਾ ਪਹਿਲਾ ਦਿੱਤਾ ਉਹਨਾਂ ਨੇ ਵੀ ਸੰਸਦ ਦੇ ਸਧਾਰਨ ਬਹੁਮਤ ਦੁਆਰਾ ਵੀ ਅਸੀਂ ਜਿਹੜਾ ਆ ਸੋਧ ਕਰ ਸਕਦੇ ਹਾਂ, ਆਰਾਮ ਦੇ ਨਾਲ, ਬੜਾ ਸੌਖੇ ਢੰਗ ਨਾਲ ਸੋਧ ਹੋ ਜਾਂਦੀ ਹੈ। ਉਹਦੇ ਵਿੱਚ ਕੀ ਹੁੰਦਾ, ਲੋਕ ਸਭਾ ਅਤੇ ਰਾਜ ਸਭਾ ਦੇ ਜਿੰਨੇ ਮੈਂਬਰ ਹੈਗੇ ਆ ਉਹਨਾਂ 'ਚ ਮਤਦਾਨ ਕਰਾਇਆ, ਵੋਟਾਂ ਪਵਾਈਆਂ ਜਾਂਦੀਆਂ, ਮਤਦਾਨ ਕਰਾਇਆ ਜਾਂਦਾ ਹੈ ਅਤੇ ਉਹ ਵੋਟਾਂ ਦੇ ਹਿਸਾਬ ਨਾਲ ਜਿਹੜਾ ਜੇਕਰ ਬਹੁਮਤ ਉਹਨੂੰ ਸੋਧ ਕਰਨ ਦੇ ਹੱਕ ਦੇ ਵਿੱਚ ਹੋਵੇ ਤਾਂ ਫਿਰ ਸੋਧ ਆਰਾਮ ਨਾਲ ਹੋ ਜਾਂਦੀ ਹੈ। ਅਤੇ ਉਹ ਕਿਹੜੇ ਹੈਗੇ? 2, 3 ਅਤੇ 4 ਅਨੁਛੇਦ ਹਨ ਜਿਹਦੇ ਵਿੱਚ ਰਾਜਾਂ ਦੇ ਸੰਬੰਧ ਵਿੱਚ ਗੱਲਾਂ ਲਿਖੀਆਂ ਗਈਆਂ, ਜਿਵੇਂ ਜੇ ਕੋਈ ਰਾਜ ਆਪਣੇ ਨਾਂ ਨੂੰ ਬਦਲਣਾ ਚਾਹੁੰਦਾ ਹੋਵੇ, ਠੀਕ ਹੈ ਨਾ, ਜਾਂ ਉਹਦੀਆਂ ਹੱਦਾਂ ਦੀ ਜਿਹੜੀ ਤਬਦੀਲੀ ਜਿਹੜੀ ਉਹ ਕਰਨ ਦੀ ਲੋੜ ਹੋਵੇ, ਜਾਂ ਕੋਈ ਰਾਜ ਦੇ ਵਿੱਚੋਂ ਨਵੇਂ ਰਾਜ ਦੀ ਸਥਾਪਨਾ ਕਰਨ ਦੀ ਲੋੜ ਹੋਵੇ, ਠੀਕ ਹੈ ਨਾ, ਤਾਂ ਫਿਰ ਇਹਨਾਂ ਚੀਜ਼ਾਂ ਨੂੰ ਜਿਹੜਾ ਆ ਇਹਨਾਂ ਸੰਸਦ ਦੁਆਰਾ ਸਧਾਰਨ ਬਹੁਮਤ ਨਾਲ ਜਿਹੜਾ ਇਹਨੂੰ ਚੇਂਜ ਕੀਤਾ ਜਾ ਸਕਦਾ। ਇਹ ਆਸਾਨੀ ਨਾਲ ਹੋ ਜਾਂਦਾ ਹੈ। ਐੜਾ ਸੰਸਦ ਦੇ ਦੋਨੋਂ ਸਦਨਾਂ ਦਾ ਸਪਸ਼ਟ ਬਹੁਮਤ, ਹਾਜ਼ਰ ਅਤੇ ਵੋਟ ਦੇਣ ਵਾਲਿਆਂ ਦੇ 2/3 ਬਹੁਮਤ ਅਤੇ ਘੱਟੋ ਘੱਟ ਅੱਧੇ ਰਾਜਾਂ ਦੀ ਸਹਿਮਤੀ ਹੋਣੀ ਜ਼ਰੂਰੀ ਹੈ। ਦੂਸਰਾ ਢੰਗ ਕੀ ਹੈ? ਸੰਸਦ ਦੇ ਦੋਨੋਂ ਸਦਨ ਕੌਣ ਹੈ? ਲੋਕ ਸਭਾ ਅਤੇ ਰਾਜ ਸਭਾ। ਇਹ 'ਚ ਸਪਸ਼ਟ ਬਹੁਮਤ ਹੋਣਾ ਚਾਹੀਦਾ। ਅਤੇ ਹਾਜ਼ਰ ਯਾਨੀ ਜਿੰਨੇ ਵੀ ਨੇਤਾ ਜਾਂ ਲੀਡਰ ਜਿਹੜੇ ਸੰਸਦ ਹੈਗੇ ਆ ਉਹ ਉੱਥੇ ਹਾਜ਼ਰ ਆ ਅਤੇ ਉਹਨਾਂ ਦੀ ਵੋਟ ਪੈਂਦੀ ਆ, ਉਹਦਾ 2/3 ਬਹੁਮਤ, ਯਾਨੀ 3 ਹਿੱਸਿਆਂ 'ਚੋਂ 2 ਹਿੱਸੇ, ਠੀਕ ਹੈ। ਮੰਨ ਲਓ 60 ਬੰਦੇ ਮੈਂ ਹਾਜ਼ਰ ਆ ਅਤੇ 60 'ਚੋਂ 40 ਬੰਦੇ ਇਸ ਹੱਕ ਵਿੱਚ ਹੋਣਗੇ ਅਸੀਂ ਸੋਧ ਕਰਨੀ ਆ, ਅਤੇ ਅੱਧੇ ਰਾਜਾਂ ਦੀ, ਜਿੰਨੇ ਦੇ ਭਾਰਤ ਦੇ ਰਾਜ ਆ ਉਹ 'ਚੋਂ ਅੱਧੇ ਰਾਜ ਵੀ ਇਸ ਹੱਕ ਦੇ ਵਿੱਚ ਹੋਣ। ਇਹ ਦੂਜਾ ਢੰਗ ਹੈਗਾ ਸੰਵਿਧਾਨ ਵਿੱਚ ਸੋਧ ਕਰਨ ਦਾ। ਜਿਵੇਂ ਅਨੁਛੇਦ 54 ਅਤੇ 55 ਅਧੀਨ ਰਾਸ਼ਟਰਪਤੀ ਦੀ ਚੋਣ ਅਤੇ ਵਿਧੀ ਸੰਬੰਧੀ ਸੋਧ ਕਰਨਾ, ਕ੍ਰਮਵਾਰ ਅਨੁਛੇਦ 73 ਅਤੇ 162 ਅਧੀਨ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਸ਼ਕਤੀਆਂ ਵਿੱਚ ਵਾਧਾ ਕਰਨਾ, ਇਹ ਵਿਧੀ ਕਠੋਰ ਸੰਵਿਧਾਨ ਅਧੀਨ ਆਉਂਦੀ। ਹੁਣ ਦੇਖੋ ਕਿੱਡਾ ਲੰਮਾ ਪ੍ਰੋਸੈਸ ਹੈਗਾ, ਮੁਸ਼ਕਲ ਆ। ਪਹਿਲਾਂ ਸੰਸਦ ਦੀ ਵੀ ਪ੍ਰਵਾਨਗੀ ਲੈਣੀ ਆ, ਫਿਰ ਜਿਹੜੇ ਹਾਜ਼ਰ ਹੈਗੇ ਉਹਨਾਂ ਦਾ 2/3 ਬਹੁਮਤ, ਫਿਰ ਅੱਧੇ ਰਾਜਾਂ ਦੀ ਵੀ ਮਨਜ਼ੂਰੀ ਚਾਹੀਦੀ। ਇਹ ਕਠੋਰ ਸੰਵਿਧਾਨ 'ਚ ਆਉਂਦਾ। ਇਹਨੂੰ ਯਾਨੀ ਮੁਸ਼ਕਲ ਤਰੀਕੇ ਨਾਲ ਇਹ ਸੋਧ ਹੋ ਸਕਦੀ ਆ। ਯਾਨੀ ਜਿੱਥੇ ਜਿੱਥੇ ਸੋਧ ਜਿਸ ਢੰਗ ਨਾਲ ਹੋਣੀ ਹੈ ਸੰਵਿਧਾਨ ਦੇ ਵਿੱਚ ਇਹ ਲਿਖਿਆ ਗਿਆ ਵੀ ਆਹ ਵਾਲੇ ਅਨੁਛੇਦ ਜਿਹੜੇ ਉਹ ਇਸ ਢੰਗ ਨਾਲ ਇਹਨਾਂ ਵਿੱਚ ਸੋਧ ਕੀਤੀ ਜਾ ਸਕਦੀ। ਤੀਸਰਾ ਆ ਬਹੁਮਤ ਦੁਆਰਾ।
ਕੁਝ ਵਿਸ਼ੇ ਅਜਿਹੇ ਹਨ ਜਿਨ੍ਹਾਂ ਵਿੱਚ ਸੋਧ ਸੰਸਦ ਦੇ ਦੋਨਾਂ ਸਦਨਾਂ ਦੇ ਸਪਸ਼ਟ ਬਹੁਮਤ ਦੁਆਰਾ ਕੀਤੀ ਜਾ ਸਕਦੀ ਹੈ। ਸੋਧ ਬਿੱਲ ਸੰਸਦ ਦੇ ਕਿਸੇ ਵੀ ਸਦਨ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਸੰਸਦ ਸੰਵਿਧਾਨ ਦੇ ਮੁੱਢਲੇ ਢਾਂਚੇ ਵਿੱਚ ਸੋਧ ਨਹੀਂ ਕਰ ਸਕਦੀ। ਇਹ ਵਿਧੀ ਕਠੋਰ ਸੰਵਿਧਾਨ ਅਧੀਨ ਆਉਂਦੀ ਹੈ। ਸੰਸਦ ਦਾ ਜਿਹੜਾ ਸੰਵਿਧਾਨ ਦਾ ਜਿਹੜਾ ਮੁੱਢਲਾ ਢਾਂਚਾ ਹੈ, ਯਾਨੀ ਜਿਸ ਆਧਾਰ 'ਤੇ ਸੰਵਿਧਾਨ ਸਾਰਾ ਤਿਆਰ ਹੋਇਆ, ਉਹਦੇ ਨੂੰ ਸੰਸਦ ਉਹਦੇ ਵਿੱਚ ਚੇਂਜ ਨਹੀਂ ਲੈ ਕੇ ਆ ਸਕਦੀ ਕਿਸੇ ਵੀ ਹਾਲਤ ਦੇ ਵਿੱਚ। ਬਾਕੀ ਕਿਤੇ ਜਿੱਥੇ ਲੋੜ ਪਏ ਉਹਨੂੰ ਚੇਂਜ ਕੀਤਾ ਜਾ ਸਕਦਾ, ਉਹ 'ਚ ਸੋਧ ਕੀਤੀ ਜਾ ਸਕਦੀ। ਬਹੁਤ ਸਾਰੀਆਂ ਸੋਧਾਂ ਜਿਹੜੀਆਂ ਆ ਹੋਈਆਂ ਵੀ ਆ, ਅਤੇ ਸੋਧਾਂ ਦੋ ਤਰੀਕੇ ਨਾਲ ਹੁੰਦੀਆਂ। ਬੱਚਿਓ ਯਾਦ ਰੱਖਿਓ, ਕਠੋਰ ਤਰੀਕਾ ਹੈ, ਇੱਕ ਲਚਕੀਲਾ ਤਰੀਕਾ ਹੈ। ਅਤੇ ਸੰਵਿਧਾਨ ਦੇ ਵਿੱਚ ਜਿਹੜੇ ਅਨੁਛੇਦ ਕਠੋਰ ਤਰੀਕੇ ਨਾਲ ਹੋਣੇ, ਉਹ ਵੀ ਲਿਖਿਆ ਗਿਆ ਵੀ ਇਹ ਇਸ ਤਰੀਕੇ ਨਾਲ ਸੋਧ ਹੋ ਸਕਦੀ ਹੈ। ਜਿਹੜੇ ਆਸਾਨੀ ਨਾਲ ਹੋ ਸਕਦੇ ਆ ਲਚਕੀਲੇ ਤਰੀਕੇ ਨਾਲ, ਉਹ ਵੀ ਅਨੁਛੇਦ ਵੱਖਰੇ ਲਿਖੇ ਹੋਏ ਵੀ ਇਹਦੇ ਵਿੱਚ ਇਸ ਤਰੀਕੇ ਨਾਲ ਜਿਹੜੀ ਸੋਧ ਕੀਤੀ ਜਾ ਸਕਦੀ ਹੈ। ਸੋ ਇਹ ਸੀ ਸਾਡਾ ਅੱਜ ਦਾ ਰੋਜ਼ਾਨਾ ਅਸਾਈਨਮੈਂਟ। ਹੁਣ ਅੱਗੇ ਪ੍ਰਸ਼ਨ ਹੈਗੇ ਆ, ਕਿਸੇ ਰਾਜ ਦਾ ਨਾਂ ਤਬਦੀਲ ਕਰਨ ਦੀ ਸ਼ਕਤੀ ਕਿਸ ਕੋਲ ਹੁੰਦੀ ਹੈ? ਸੰਸਦ ਦੇ ਕੋਲ। ਸੰਸਦ ਦੇ ਵਿੱਚ ਜੇਕਰ ਸਪਸ਼ਟ ਬਹੁਮਤ ਦੇ ਨਾਲ ਕੋਈ ਬਿੱਲ ਪਾਸ ਹੋ ਜਾਏ ਤਾਂ ਜਿਹੜਾ ਰਾਜ ਦਾ ਨਾਂ ਆ ਉਹ ਬਦਲਿਆ ਜਾ ਸਕਦਾ ਹੈ, ਉਹਦੀਆਂ ਹੱਦਾਂ ਵੀ ਬਦਲੀਆਂ ਜਾ ਸਕਦੀਆਂ, ਕਿਸੇ ਨਵੇਂ ਰਾਜ ਦੀ ਸਥਾਪਨਾ ਵੀ ਕੀਤੀ ਜਾ ਸਕਦੀ ਹੈ। ਸ਼ੁਰੂ 'ਚ ਆਪਾਂ ਪੜ੍ਹਿਆ 2, 3 ਅਤੇ 4 ਅਨੁਛੇਦ ਦੇ ਵਿੱਚ ਇਹ ਆਉਂਦਾ। ਦੂਸਰਾ ਪ੍ਰਸ਼ਨ ਹੈ, ਸੰਸਦ ਨੇ ਰਾਸ਼ਟਰਪਤੀ ਦੀ ਚੋਣ ਵਿਧੀ ਸੰਬੰਧੀ ਕਾਨੂੰਨ ਪਾਸ ਕਰਨਾ ਹੈ। ਸੰਸਦ ਨੂੰ ਕਿੰਨੇ ਰਾਜਾਂ ਦੀ ਸਹਿਮਤੀ ਦੀ ਲੋੜ ਪੈਂਦੀ ਹੈ? ਤਾਂ ਆਪਾਂ ਪੜ੍ਹਿਆ ਸੀ ਪਿੱਛੇ ਵੀ ਇਹ ਕਠੋਰ ਵਿਧੀ ਆ ਸੋਧ ਕਰਨ ਦੀ। ਤਾਂ ਇਹਦੇ ਵਿੱਚ ਕੀ ਆ, ਸੰਸਦ ਦੇ ਦੋਵਾਂ ਸਦਨਾਂ ਦਾ ਸਪਸ਼ਟ ਬਹੁਮਤ ਚਾਹੀਦਾ। ਫਿਰ ਜਿਹੜੇ ਹਾਜ਼ਰ ਹੈਗੇ ਆ ਸੰਸਦ, ਉਹਨਾਂ ਦੀਆਂ ਵੋਟਾਂ ਉਹ ਵੀ 2/3 ਬਹੁਮਤ ਚਾਹੀਦਾ ਆ। ਫਿਰ ਅੱਧੇ ਰਾਜਾਂ ਦੀ ਮਨਜ਼ੂਰੀ ਚਾਹੀਦੀ ਆ। 54-55 ਅਨੁਛੇਦ ਵਿੱਚ ਆਪਾਂ ਇਹਦੇ ਸੰਬੰਧੀ ਪੜ੍ਹਿਆ ਸੀਗਾ। ਤਾਂ ਕਿੰਨੇ ਰਾਜਾਂ ਦੀ ਮਨਜ਼ੂਰੀ ਚਾਹੀਦੀ? ਸਾਨੂੰ ਅੱਧੇ ਰਾਜਾਂ ਦੀ ਮਨਜ਼ੂਰੀ ਘੱਟੋ ਘੱਟ, ਜੇਕਰ ਅਸੀਂ ਰਾਸ਼ਟਰਪਤੀ ਦੀ ਚੋਣ ਵਿਧੀ ਵਿੱਚ ਕੋਈ ਸੋਧ ਕਰਨੀ ਹੈ। ਸੰਸਦ ਕਿਹੜੇ ਅਨੁਛੇਦ ਅਧੀਨ ਰਾਜਾਂ ਦੀ ਸ਼ਕਤੀਆਂ ਵਿੱਚ ਵਾਧਾ ਕਰ ਸਕਦੀ ਹੈ? ਰਾਜਾਂ ਦੀ ਸ਼ਕਤੀਆਂ 165 ਨਾਲ ਹੁੰਦੀਆਂ, 162 ਨਾਲ ਹੁੰਦੀਆਂ, ਅਤੇ ਕੇਂਦਰ ਦੀ ਸ਼ਕਤੀਆਂ ਦਾ ਵਾਧਾ ਹੁੰਦਾ 73ਵੀਂ ਸੋਧ ਦੇ ਰਾਹੀਂ। ਸੋ ਇਹ ਸੀ ਆਪਣੇ ਬਹੁ ਵਿਕਲਪੀ ਪ੍ਰਸ਼ਨ। ਅੱਗੇ ਖਾਲੀ ਥਾਵਾਂ। ਸੋਧ ਬਿੱਲ ਸੰਸਦ ਦੇ ਕਿਸੇ ਵੀ ਸਦਨ ਵਿੱਚ ਪਾਸ ਕੀਤਾ ਜਾ ਸਕਦਾ। ਸਦਨ ਤੋਂ ਭਾਵ ਹੈਗਾ ਘਰ। ਘਰ ਕਿਹਨੂੰ ਲਿਆ ਗਿਆ ਹੈ? ਲੋਕ ਸਭਾ ਅਤੇ ਰਾਜ ਸਭਾ, ਇਹ ਦੋ ਘਰ ਆ ਸੰਸਦ ਦੇ। ਤਾਂ ਸਦਨ ਵਿੱਚ ਪਾਸ ਕੀਤਾ ਜਾ ਸਕਦਾ ਹੈ। ਅੱਗੇ ਸੰਸਦ ਡੈਸ਼ ਦੇ ਮੂਲ ਢਾਂਚੇ ਵਿੱਚ ਸੋਧ ਨਹੀਂ ਕਰ ਸਕਦੀ। ਕਿਹਦੇ ਮੂਲ ਢਾਂਚੇ? ਸੰਵਿਧਾਨ ਦਾ ਮੂਲ ਢਾਂਚਾ ਜਿਹੜਾ ਉਹ ਸੰਸਦ ਸੋਧ ਨਹੀਂ ਕਰ ਸਕਦੀ। ਅੱਗੇ ਬੱਚਿਓ ਪ੍ਰਸ਼ਨ ਹੈਗੇ ਆ, ਜਿਹੜੇ ਪਾਠ ਅਸੀਂ ਆਲਰੇਡੀ ਕਰ ਚੁੱਕੇ ਹਾਂ ਉਹਨਾਂ ਨਾਲ ਸੰਬੰਧਿਤ ਪ੍ਰਸ਼ਨ ਨੇ। 4 ਪ੍ਰਸ਼ਨ ਨੇ, ਅੱਗੇ ਡਿਟੇਲ 'ਚ ਕਰਦੇ ਹਾਂ ਆਪਾਂ ਇਹਨਾਂ ਨੂੰ। ਪਹਿਲਾ ਪ੍ਰਸ਼ਨ ਹੈ, ਗੰਗਾ ਦਾ ਪ੍ਰਦੂਸ਼ਣ ਵੱਧਦਾ ਜਾ ਰਿਹਾ ਹੈ, ਇਸ ਦੀ ਰੋਕਥਾਮ ਲਈ ਕੀ ਕੀਤਾ ਗਿਆ ਹੈ? ਤਾਂ ਅਸੀਂ ਜਾਣਦੇ ਗੰਗਾ ਨਦੀ ਭਾਰਤ ਦੀ ਸਭ ਤੋਂ ਲੰਬੀ ਨਦੀ ਹੈ। ਅਲਕਨੰਦਾ ਅਤੇ ਭਾਗੀਰਥੀ 2 ਨਦੀਆਂ ਉੱਪਰੋਂ ਚੱਲਦੀਆਂ ਅਤੇ ਮਿਲ ਕੇ ਗੰਗਾ ਬਣਾਉਂਦੀਆਂ, ਅਤੇ ਗੰਗੋਤਰੀ ਤੋਂ ਸ਼ੁਰੂ ਹੋ ਕੇ ਇਹ ਜਾ ਕੇ ਅੱਗੇ ਬੰਗਾਲ ਦੀ ਖਾੜੀ 'ਚ ਡਿੱਗਦੀ ਆ। ਪਰ ਰਸਤੇ ਦੇ ਵਿੱਚ ਬਹੁਤ ਸਾਰਾ ਪ੍ਰਦੂਸ਼ਣ, ਸ਼ਹਿਰਾਂ ਦਾ ਗੰਦਾ ਪਾਣੀ, ਫੈਕਟਰੀਆਂ ਦਾ, ਉਦਯੋਗਾਂ ਦਾ ਇਹਦੇ ਵਿੱਚ ਪੈਂਦਾ ਜਾਂਦਾ ਹੈ। ਬਹੁਤ ਗੰਦੀ ਹੋ ਚੁੱਕੀ ਹੈ, ਅਤੇ ਇਹਦੀ ਸਫਾਈ ਲਈ ਸਰਕਾਰ ਨੇ ਕੀ ਯਤਨ ਕੀਤੇ ਆ? ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਗੰਗਾ ਦਾ ਪ੍ਰਦੂਸ਼ਣ ਲਗਾਤਾਰ ਵੱਧ ਰਿਹਾ ਹੈ। ਇਸ ਦਾ ਪ੍ਰਮੁੱਖ ਕਾਰਨ ਉਦਯੋਗਾਂ ਦੀ ਗੰਦਗੀ, ਕੀਟਨਾਸ਼ਕ ਆਦਿ ਹਨ। ਇਸ ਪ੍ਰਦੂਸ਼ਣ ਨੂੰ ਰੋਕਣ ਲਈ ਸਰਕਾਰ ਨੇ ਕਈ ਕਦਮ ਚੁੱਕੇ ਹਨ। ਜਿਵੇਂ ਅਪ੍ਰੈਲ 1980 ਵਿੱਚ ਕੇਂਦਰ ਸਰਕਾਰ ਨੇ ਗੰਗਾ ਐਕਸ਼ਨ ਪਲਾਨ ਬਣਾਇਆ ਅਤੇ ਗੰਗਾ ਦੀ ਸਫਾਈ ਦਾ ਕੰਮ ਸ਼ੁਰੂ ਕੀਤਾ। ਗੰਗਾ ਐਕਸ਼ਨ ਪਲਾਨ ਨੂੰ ਜਾਰੀ ਰੱਖਦੇ ਹੋਏ 2009 ਵਿੱਚ ਸਰਕਾਰ ਨੇ ਨੈਸ਼ਨਲ ਗੰਗਾ ਬੇਸਿਨ ਅਥਾਰਟੀ ਦਾ ਗਠਨ ਕੀਤਾ। ਇਸ ਦਾ ਮੁੱਖ ਕੰਮ ਗੰਗਾ ਦੇ ਪ੍ਰਦੂਸ਼ਣ ਨੂੰ ਰੋਕਣਾ ਸੀ। 2014 ਵਿੱਚ ਕੇਂਦਰ ਸਰਕਾਰ ਨੇ ਗੰਗਾ ਦੀ ਸਫਾਈ ਲਈ ਇੱਕ ਵਿਸ਼ੇਸ਼ ਮੰਤਰਾਲੇ ਦਾ ਗਠਨ ਕੀਤਾ ਅਤੇ ਇਸ ਲਈ ਇੱਕ ਮੰਤਰੀ ਦੀ ਵੀ ਨਿਯੁਕਤੀ ਕੀਤੀ ਗਈ। ਹੁਣ ਤੱਕ ਸਰਕਾਰ ਗੰਗਾ ਦੀ ਸਫਾਈ ਉੱਤੇ ਸੈਂਕੜੇ ਕਰੋੜਾਂ ਰੁਪਏ ਖਰਚ ਕਰ ਚੁੱਕੀ ਹੈ। ਦੂਸਰਾ ਪ੍ਰਸ਼ਨ ਹੈ, ਗਰੀਬੀ ਦੇ ਮੁੱਖ ਮਾਪਦੰਡਾਂ ਦਾ ਵਰਣਨ ਕਰੋ।
ਗਰੀਬੀ ਦੇ ਅਨੇਕ ਪਹਿਲੂ ਹਨ। ਸਮਾਜਿਕ, ਵਿਗਿਆਨਿਕ ਵਰਗੇ ਅਨੇਕ ਸੂਚਕਾਂ ਦੇ ਮਾਧਿਅਮ ਨੂੰ ਦੇਖਦੇ ਹਾਂ। ਆਮ ਪ੍ਰਯੋਗ ਵਿੱਚ ਕੀਤੇ ਜਾਣ ਵਾਲੇ ਸੂਚਕ ਉਹ ਹਨ ਜੋ ਆਮਦਨ ਅਤੇ ਉਪਭੋਗ ਦੇ ਪੱਧਰ ਨਾਲ ਸੰਬੰਧਿਤ ਹੈ। ਪਰ ਹੁਣ ਗਰੀਬੀ ਨੂੰ ਅਨਪੜ੍ਹਤਾ ਦਾ ਪੱਧਰ, ਕੁਪੋਸ਼ਣ ਦੇ ਕਾਰਨ, ਰੋਗ ਪ੍ਰਤੀਰੋਧੀ ਸਮਰੱਥਾ ਦੀ ਕਮੀ, ਸਿਹਤ ਸੇਵਾਵਾਂ ਦੀ ਕਮੀ, ਰੋਜ਼ਗਾਰ ਦੇ ਮੌਕਿਆਂ ਦੀ ਕਮੀ, ਸੁਰੱਖਿਅਤ ਪੀਣ ਵਾਲਾ ਪਾਣੀ ਅਤੇ ਸਵੱਛਤਾ ਤੱਕ ਪਹੁੰਚ ਦੀ ਕਮੀ ਆਦਿ ਵਰਗੇ ਹੋਰ ਸਮਾਜਿਕ ਸੂਚਕਾਂ ਨੂੰ ਦੇ ਮਾਧਿਅਮ ਨਾਲ ਵੀ ਦੇਖਿਆ ਜਾਂਦਾ ਹੈ। ਹੁਣ ਗਰੀਬੀ ਅੱਗੇ ਤਾਂ ਇਹੀ ਸੋਚਿਆ ਜਾਂਦਾ ਸੀ ਬੱਚਿਓ ਵੀ ਉਹ ਵਿਅਕਤੀ ਗਰੀਬ ਹੈ ਜਿਹਦੀ ਆਮਦਨ ਘੱਟ ਹੈ, ਜਿਹਨੂੰ ਪੈਸਾ ਘੱਟ ਮਿਲਦਾ ਹੈ, ਜਾਂ ਜਿਹੜਾ ਬੰਦਾ ਜਿਹਨੂੰ ਜੋ ਖਾਣ ਨੂੰ ਇੱਕ ਦਿਨ ਦੇ ਵਿੱਚ ਚਾਹੀਦਾ ਉਹਨਾਂ ਨਹੀਂ ਮਿਲਦਾ, ਉਹ ਬੰਦਾ ਗਰੀਬ ਹੈ। ਜਿੰਨੇ ਕੈਲੋਰੀ ਭੋਜਨ ਜਿਹੜਾ ਆ ਉਹ ਚਾਹੀਦਾ ਨਹੀਂ ਮਿਲਦਾ, ਉਹ ਗਰੀਬ ਆ। ਪਰ ਹੁਣ ਕਈ ਹੋਰ ਸੂਚਕ ਹੁੰਦਾ ਵੀ ਕਈ ਹੋਰ ਚੀਜ਼ਾਂ, ਤੱਤ ਜਿਹੜੇ ਦੇਖੇ ਜਾਂਦੇ ਆ ਕਿ ਗਰੀਬੀ ਨੂੰ ਪਛਾਣਨ ਦੇ ਲਈ, ਜਿਵੇਂ ਕਿੰਨੇ ਲੋਕ ਅਨਪੜ੍ਹ ਆ, ਕਿੰਨੇ ਜਿਹੜੇ ਉਹ ਸਰੀਰਕ ਤੌਰ 'ਤੇ ਕੁਪੋਸ਼ਣ ਦਾ ਸ਼ਿਕਾਰ ਨੇ ਨਾ, ਕਿੰਨਿਆਂ ਦੀ ਜਿਹੜੀ ਆ ਜਿਹੜੇ ਬਿਮਾਰ ਰਹਿੰਦੇ ਆ, ਹੋਰ ਸਿਹਤ ਸੁਵਿਧਾਵਾਂ ਜਿਹੜੀਆਂ, ਰੁਜ਼ਗਾਰ ਨਹੀਂ ਕਿੰਨਾ ਕੁ ਹੈਗਾ, ਗੰਦਾ ਪਾਣੀ ਪੀਂਦੇ ਆ, ਗੰਦੀਆਂ ਥਾਵਾਂ 'ਤੇ ਰਹਿੰਦੇ। ਇਹ ਸਾਰੀਆਂ ਚੀਜ਼ਾਂ ਨੂੰ ਵੀ ਹੁਣ ਗਰੀਬੀ ਦੇ ਮਾਪਦੰਡਾਂ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ। ਤੀਸਰਾ ਪ੍ਰਸ਼ਨ ਹੈ, ਵਨ ਅਤੇ ਜੀਵਿਕਾ ਵਿੱਚ ਕੀ ਸੰਬੰਧ ਹੈ? ਵਨ ਸਾਡੇ ਜੀਵਨ ਦਾ ਆਧਾਰ ਹਨ। ਵਨ ਕੀ? ਜੰਗਲ। ਵਨਾਂ ਤੋਂ ਸਾਨੂੰ ਫਲ, ਫੂਲ, ਜੜੀਆਂ ਬੂਟੀਆਂ, ਰਬੜ, ਇਮਾਰਤੀ ਲੱਕੜੀ ਅਤੇ ਬਾਲਣ ਦੀ ਲੱਕੜੀ ਆਦਿ ਮਿਲਦੀ ਹੈ। ਵਨ ਜੰਗਲੀ ਜੀਵਾਂ ਦਾ ਆਸਰਾ ਸਥਾਨ ਹੈ। ਪਸ਼ੂ ਪਾਲਣ 'ਤੇ ਨਿਰਵਾਹ ਕਰਨ ਵਾਲੇ ਜ਼ਿਆਦਾਤਰ ਲੋਕ ਵਨਾਂ 'ਤੇ ਨਿਰਭਰ ਹਨ। ਇਸ ਤੋਂ ਇਲਾਵਾ ਵਨ ਵਾਤਾਵਰਨ ਨੂੰ ਸ਼ੁੱਧਤਾ ਪ੍ਰਦਾਨ ਕਰਦੇ ਹਨ। ਵਨ ਵਰਖਾ ਲਿਆਉਣ ਵਿੱਚ ਵੀ ਸਹਾਇਕ ਹਨ। ਵਨ ਵਰਖਾ ਦੀ ਪੁਨਰਾਵਰਤੀ, ਜੰਗਲਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਖੇਤੀਬਾੜੀ, ਪਸ਼ੂ ਪਾਲਣ ਆਦਿ ਕੰਮਾਂ ਵਿੱਚ ਵੀ ਸਹਾਇਕ ਹੁੰਦੀ ਹੈ। ਸੋ ਵਨ ਜਿਹੜੇ ਆ ਉਹ ਜੀਵਿਕਾ ਕੀ ਕਹਿੰਦੇ ਆ? ਜੀਵਿਕਾ ਦਾ ਮਤਲਬ ਹੁੰਦਾ ਵੀ ਜੀਵਨ ਦੇ ਲਈ ਕੁਝ ਪੈਸੇ ਕਮਾਉਣੇ, ਜਾਂ ਖਾਣ ਪੀਣ ਦਾ, ਜਾਂ ਰਹਿਣਾ, ਰੋਟੀ ਕੱਪੜਾ ਮਕਾਨ, ਇਸ ਨੂੰ ਤੁਸੀਂ ਜੀਵਿਕਾ ਲੈ ਸਕਦੇ ਹੋ। ਹੁਣ ਜੰਗਲ ਜਿਹੜੇ ਆ ਉਹ ਬਹੁਤ ਸਾਰੇ ਲੋਕਾਂ ਦੇ ਜੀਵਨ ਦਾ ਆਧਾਰ ਨੇ। ਬਹੁਤ ਸਾਰੇ ਲੋਕ ਜੰਗਲਾਂ ਦੇ ਵਿੱਚ ਰਹਿੰਦੇ ਆ। ਬਹੁਤ ਸਾਰੇ ਲੋਕ ਜੰਗਲਾਂ ਦੇ ਆਧਾਰ 'ਤੇ ਹੀ ਆਪਣਾ ਜਿਹੜਾ ਜੀਵਨ ਜਿਉਂਦੇ ਆ। ਜੰਗਲਾਂ ਤੋਂ ਲੱਕੜਾਂ ਲਿਆ ਕੇ ਜਾਂ ਜੰਗਲਾਂ ਤੋਂ ਫਲ ਫੂਲ ਲਿਆ ਕੇ ਵੇਚਦੇ ਆ। ਠੀਕ ਹੈ, ਇਹ ਸਾਰਾ ਕੁਛ ਜਿਹੜਾ ਆ ਬਹੁਤ ਜ਼ਰੂਰੀ ਹੈਗਾ। ਜੇ ਵਣ ਜਾਂ ਜੰਗਲ ਨਹੀਂ ਹੋਣਗੇ ਤਾਂ ਵਾਤਾਵਰਨ ਵੀ ਸਾਫ਼ ਨਹੀਂ ਹੋਊਗਾ। ਵਣ ਜਿਹੜੇ ਵਰਖਾ ਲਿਆਉਣ 'ਚ ਵੀ ਸਹਾਇਤਾ ਕਰਦੇ ਆ, ਤਾਂ ਇਸ ਕਰਕੇ ਵਣ ਜਿਹੜੇ ਆ ਉਹ ਕਿਸੇ ਵੀ ਵਿਅਕਤੀ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਲਈ ਬਹੁਤ ਮਹੱਤਵਪੂਰਨ ਹਨ। ਆਖਰੀ ਪ੍ਰਸ਼ਨ ਹੈ ਬੱਚਿਓ, ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਕਿਹੜੇ ਕਿਹੜੇ ਮੂਲ ਉਦੇਸ਼ਾਂ ਉੱਤੇ ਚਾਨਣਾ ਪਾਉਂਦੀ ਹੈ? ਤਾਂ ਪ੍ਰਸਤਾਵਨਾ ਦੇ ਬਾਰੇ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ। ਪ੍ਰਸਤਾਵਨਾ ਕੀ ਹੈ? ਉਹ ਸੰਵਿਧਾਨ ਦੇ ਵਿੱਚ ਕਿਹੜੀਆਂ ਗੱਲਾਂ ਸ਼ਾਮਲ ਕੀਤੀਆਂ ਗਈਆਂ, ਉਹਦਾ ਨਿਚੋੜ ਆ। ਯਾਨੀ ਜੇਕਰ ਅਸੀਂ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਚੰਗੀ ਤਰ੍ਹਾਂ ਸਮਝ ਲਈਏ ਤਾਂ ਸਾਨੂੰ ਇਹ ਪਤਾ ਲੱਗ ਜਾਊਗਾ ਵੀ ਸਾਡਾ ਸੰਵਿਧਾਨ ਦੇ ਵਿੱਚ ਕੀ ਕੁਛ ਲਿਖਿਆ ਗਿਆ ਹੈ। ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਤੋਂ ਸਾਨੂੰ ਇਸ ਦੇ ਉਦੇਸ਼ਾਂ ਬਾਰੇ ਪਤਾ ਚੱਲਦਾ ਹੈ। ਪਹਿਲਾ, ਸਾਡੀ ਪ੍ਰਸਤਾਵਨਾ ਦੇ ਅਨੁਸਾਰ ਭਾਰਤ ਇੱਕ ਸੰਪੂਰਨ ਪ੍ਰਭੂਸੱਤਾ ਸੰਪੰਨ ਸਮਾਜਵਾਦੀ ਲੋਕਤੰਤਰੀ ਧਰਮ ਨਿਰਪੱਖ ਗਣਰਾਜ ਹੈ। ਹੁਣ ਦੇਖੋ ਬੱਚਿਓ, ਪ੍ਰਭੂਸੱਤਾ ਸੰਪੰਨ ਸਮਾਜਵਾਦੀ ਲੋਕਤੰਤਰੀ ਧਰਮ ਨਿਰਪੱਖ, ਇਹ ਮਹੱਤਵਪੂਰਨ ਸ਼ਬਦ ਨੇ। ਕਈ ਵਾਰੀ ਕੀ ਹੁੰਦਾ, ਸਾਨੂੰ ਇਹ ਸ਼ਬਦਾਂ ਦਾ ਅਰਥ ਹੀ ਸਹੀ ਤਰੀਕੇ ਨਾਲ ਪਤਾ ਨਹੀਂ ਲੱਗਦਾ। ਹੁਣ ਜਿਵੇਂ ਪ੍ਰਭੂਸੱਤਾ ਸੰਪੰਨ ਹੈ, ਇਹਦਾ ਭਾਵ ਇਹ ਹੈ ਕਿ ਸਾਡਾ ਦੇਸ਼ ਜਿਹੜਾ ਪੂਰਨ ਤੌਰ 'ਤੇ ਆਜ਼ਾਦ ਹੈ, ਕਿਸੇ ਹੋਰ ਦੇਸ਼ ਦਾ ਸਾਡੇ 'ਤੇ ਕੋਈ ਦਬਾਅ ਨਹੀਂ ਹੈਗਾ। ਅੰਦਰੂਨੀ ਜਾਂ ਬਾਹਰੀ ਤੌਰ 'ਤੇ ਸਾਡਾ ਦੇਸ਼ ਪੂਰੀ ਤਰ੍ਹਾਂ ਸੁਤੰਤਰ ਆ। ਇਹ ਆ ਪ੍ਰਭੂਸੱਤਾ ਸੰਪੰਨ। ਆਮ ਤੌਰ 'ਤੇ ਬਹੁਤੇ ਬੱਚਿਆਂ ਨੂੰ ਜਿਹੜਾ ਆ ਇਹ ਸ਼ਬਦ ਕਲੀਅਰ ਨਹੀਂ ਹੁੰਦਾ। ਠੀਕ ਹੈ। ਸਮਾਜਵਾਦ ਕੀ ਹੈ? ਵੀ ਸਾਰੇ ਸਮਾਜ ਜਿਹੜਾ ਆ, ਸਾਰਾ ਦੇਸ਼ ਜਿਹੜਾ ਆ, ਉਹਦੇ ਵਿੱਚ ਸਾਰੇ ਲੋਕਾਂ ਨੂੰ ਬਰਾਬਰੀ ਦਾ ਦਰਜਾ ਦਿੱਤਾ ਗਿਆ। ਸਾਰੀਆਂ ਸਹੂਲਤਾਂ ਜਿਹੜੀਆਂ ਚਾਹੀਦੀਆਂ ਆ, ਮੁੱਢਲੀਆਂ ਸਹੂਲਤਾਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਲੋਕਾਂ ਤੱਕ ਪਹੁੰਚਾਉਣੀਆਂ। ਲੋਕਤੰਤਰ, ਲੋਕਾਂ ਦਾ ਸ਼ਾਸਨ। ਲੋਕ ਵੋਟਾਂ ਪਾਉਂਦੇ ਆ ਅਤੇ ਵੋਟਾਂ ਪਾ ਕੇ ਨੇਤਾ ਚੁਣਦੇ ਅਤੇ ਨੇਤਾ ਦੇਸ਼ ਨੂੰ ਚਲਾਉਂਦੇ ਆ। ਧਰਮ ਨਿਰਪੱਖ, ਵੀ ਸਾਡੇ ਦੇਸ਼ ਦਾ ਕੋਈ ਧਰਮ ਨਹੀਂ ਹੈਗਾ, ਕਿਸੇ ਧਰਮ ਨੂੰ ਮਹੱਤਤਾ ਨਹੀਂ ਦਿੰਦਾ। ਧਰਮ ਨਿਰਪੱਖ ਹੈ, ਸਾਰੇ ਧਰਮਾਂ ਨੂੰ ਬਰਾਬਰ ਸਮਝਦਾ ਆ। ਠੀਕ ਹੈ, ਕਿਉਂਕਿ ਆਮ ਤੌਰ 'ਤੇ ਜਿਵੇਂ ਆਪਾਂ ਪਾਕਿਸਤਾਨ ਦੀ ਗੱਲ ਕਰਦੇ ਹਾਂ ਜਾਂ ਸਾਊਦੀ ਅਰਬ ਦੀ ਗੱਲ ਕਰਦੇ ਹਾਂ ਤਾਂ ਇਹ ਮੁਸਲਿਮ ਕੰਟਰੀ, ਇਹਨਾਂ ਦਾ ਧਰਮ ਜਿਹੜਾ ਮੁਸਲਿਮ ਧਰਮ ਹੈਗਾ। ਇਹ ਘੋਸ਼ਿਤ ਕਰਦੇ ਵੀ ਸਾਡਾ ਜਿਹੜਾ ਧਰਮ ਹੈਗਾ ਉਹ ਮੁਸਲਿਮ ਧਰਮ ਹੈਗਾ ਦੇਸ਼ ਦਾ।
ਪਰ ਸਾਡਾ ਇਦਾਂ ਕੋਈ ਨਹੀਂ, ਸਾਰੇ ਲੋਕ ਜਿਹੜੇ ਆ ਬਰਾਬਰੀ ਦਾ ਦਰਜਾ ਦਿੱਤਾ ਜਾਂਦਾ ਉਹਨਾਂ ਨੂੰ। ਸੰਵਿਧਾਨ ਦੇ ਵਿੱਚ ਧਰਮ ਨਿਰਪੱਖ ਰਾਜ ਬਣਾਉਣ ਦੇ ਲਈ ਬਹੁਤ ਸਾਰੀਆਂ ਵਿਵਸਥਾਵਾਂ ਕੀਤੀਆਂ ਗਈਆਂ। ਦੂਸਰਾ ਪੁਆਇੰਟ ਆ, ਇਹ ਭਾਰਤ ਦੇ ਸਾਰੇ ਨਾਗਰਿਕਾਂ ਨੂੰ ਸਮਾਜਿਕ, ਆਰਥਿਕ, ਰਾਜਨੀਤਿਕ ਨਿਆਂ ਦੇਣ ਲਈ ਪ੍ਰਤੀਬੱਧ ਹੈ। ਸਮਾਜਿਕ, ਆਰਥਿਕ, ਰਾਜਨੀਤਿਕ ਨਿਆਂ ਇਹ ਸਾਰੇ ਲੋਕਾਂ ਨੂੰ ਮਿਲਦਾ ਇਹਦੇ ਵਿੱਚ। ਸਮਾਜ ਦੇ ਵਿੱਚ ਜੇ ਕਿਸੇ ਨਾਲ ਕੋਈ ਵਿਤਕਰਾ ਹੁੰਦਾ ਆ ਤਾਂ ਸੰਵਿਧਾਨ ਇਸ ਵਿੱਚ ਇਸ ਗੱਲ ਦੀ ਵਿਵਸਥਾ ਕੀਤੀ ਗਈ ਹੈ ਕਿ ਉਹ ਇਨਸਾਫ ਜਾਂ ਨਿਆਂ ਪ੍ਰਾਪਤ ਕਰ ਸਕਦਾ। ਆਰਥਿਕ ਤੌਰ 'ਤੇ ਵੀ ਜੇ ਕੋਈ ਬਹੁਤ ਗਰੀਬ ਹੈ ਜਾਂ ਪਛੜਿਆ ਹੋਇਆ ਤਾਂ ਸਰਕਾਰ ਦਾ ਫਰਜ਼ ਬਣਦਾ ਉਹਨੂੰ ਸਹੂਲਤਾਂ ਦੇਣੀਆਂ, ਅਤੇ ਉਹ ਸਰਕਾਰ ਦੇ ਰਹੀ ਹੈ। ਜਿਵੇਂ 2 ਰੁਪਏ ਕਿਲੋ ਆਟਾ, ਚੌਲ, ਇਹ ਹੋਰ ਸਹੂਲਤਾਂ ਸਰਕਾਰ ਨੇ ਸ਼ੁਰੂ ਕੀਤੀਆਂ, ਫ੍ਰੀ ਮੈਡੀਕਲ ਸਹੂਲਤਾਂ ਜਿਹੜੀਆਂ। ਰਾਜਨੀਤਿਕ ਨਿਆਂ ਹੁੰਦਾ ਵੀ ਰਾਜਨੀਤਿਕ ਕੰਮਾਂ ਦੇ ਵਿੱਚ ਲੋਕਾਂ ਵੱਲੋਂ ਹਿੱਸਾ ਲੈਣਾ, ਯਾਨੀ ਸਾਡੇ ਦੇਸ਼ 'ਚ ਕੋਈ ਇਹ ਨਹੀਂ ਹੈਗਾ ਵੀ ਇੱਕ ਨੇਤਾ ਅਤੇ ਉਹੀ ਬਣਿਆ ਰਹੂਗਾ। ਕੋਈ ਵੀ ਵਿਅਕਤੀ ਕਿਸੇ ਵੀ ਚੋਣ ਦੇ ਵਿੱਚ ਖੜ੍ਹਾ ਹੋ ਸਕਦਾ, ਲੜ ਸਕਦਾ ਆ, ਵੋਟ ਪਾ ਸਕਦਾ ਆ। ਵੋਟ ਪਾਉਣ ਦਾ ਅਧਿਕਾਰ ਦਿੱਤਾ ਹੈ 18 ਸਾਲ ਤੋਂ ਉੱਪਰ ਬੱਚੇ ਨੂੰ। ਤਾਂ ਇਹ ਰਾਜਨੀਤਿਕ ਨਿਆਂ ਆ। ਤੀਸਰਾ, ਇਹ ਮੌਕਿਆਂ ਅਤੇ ਪਦ ਦੀ ਸਮਾਨਤਾ ਪ੍ਰਦਾਨ ਕਰਦੀ ਹੈ ਅਤੇ ਸਾਰੇ ਨਾਗਰਿਕਾਂ ਨੂੰ ਵਿਚਾਰ ਪ੍ਰਗਟ ਕਰਨ, ਵਿਸ਼ਵਾਸ ਅਤੇ ਉਪਾਸਨਾ ਦੀ ਸੁਤੰਤਰਤਾ ਪ੍ਰਦਾਨ ਕਰਦੀ ਹੈ। ਸੁਤੰਤਰਤਾ ਅਤੇ ਸਮਾਨਤਾ ਇਹ ਦੋ ਚੀਜ਼ਾਂ ਜਿਹੜੀਆਂ ਬਹੁਤ ਜ਼ਰੂਰੀ ਆ। ਸੁਤੰਤਰਤਾ, ਆਜ਼ਾਦੀ। ਆਜ਼ਾਦੀ ਕਾਹਦੀ? ਆਪਣੇ ਵਿਚਾਰ ਵਿਅਕਤ ਕਰਨ ਦੀ, ਦੇਸ਼ ਵਿੱਚ ਘੁੰਮਣ ਫਿਰਨ ਦੀ, ਕਿਸੇ ਵੀ ਸਕੂਲ ਦੇ ਵਿੱਚ, ਕਾਲਜ ਦੇ ਵਿੱਚ ਪੜ੍ਹਨ ਦੀ ਆਜ਼ਾਦੀ, ਕਿਤੇ ਵੀ ਆਉਣ ਜਾਣ ਦੀ ਆਜ਼ਾਦੀ, ਕਿਤੇ ਵੀ ਰਹਿਣ ਦੀ ਆਜ਼ਾਦੀ, ਸਾਰੇ ਦੇਸ਼ ਦੇ ਵਿੱਚ। ਇਹ ਨਹੀਂ ਵੀ ਅਸੀਂ ਪੰਜਾਬ ਦੇ ਵਾਸੀ ਹਾਂ ਅਤੇ ਅਸੀਂ ਕਰਨਾਟਕ 'ਚ ਜਾ ਕੇ ਨਹੀਂ ਰਹਿ ਸਕਦੇ, ਅਸੀਂ ਉੱਥੇ ਜ਼ਮੀਨ ਨਹੀਂ ਲੈ ਸਕਦੇ, ਉੱਥੇ ਅਸੀਂ ਜਿਹੜਾ ਆਪਣਾ ਕਾਰੋਬਾਰ ਨਹੀਂ ਸ਼ੁਰੂ ਕਰ ਸਕਦੇ। ਸਾਨੂੰ ਇਸ ਗੱਲ ਦੀ ਆਜ਼ਾਦੀ ਸੰਵਿਧਾਨ ਦਿੰਦਾ ਆ, ਠੀਕ ਹੈ। ਅਤੇ ਸਮਾਨਤਾ ਵੀ ਦਿੰਦਾ ਆ ਵੀ ਕੋਈ ਵੀ ਬੰਦਾ ਜਿਹੜਾ ਆ ਜੇਕਰ ਉਹ ਕਿਸੇ ਨੌਕਰੀ ਦੇ ਲਈ ਯੋਗਤਾ ਰੱਖਦਾ ਆ ਤਾਂ ਉਹ ਉੱਥੇ ਅਪਲਾਈ ਕਰਕੇ ਉਸ ਨੌਕਰੀ ਨੂੰ ਪ੍ਰਾਪਤ ਕਰ ਸਕਦਾ ਆ। ਚੌਥਾ, ਇਹ ਵਿਅਕਤੀਗਤ ਗੌਰਵ, ਰਾਸ਼ਟਰੀ ਏਕਤਾ ਅਤੇ ਅਖੰਡਤਾ ਦੇ ਆਦਰਸ਼ ਨੂੰ ਬਣਾਏ ਰੱਖਣ ਦੀ ਘੋਸ਼ਣਾ ਕਰਦਾ ਹੈ। ਵਿਅਕਤੀਗਤ ਗੌਰਵ ਮਤਲਬ ਹਰੇਕ ਵਿਅਕਤੀ ਦਾ ਸਨਮਾਨ। ਇਹ ਨਹੀਂ ਹੋਣਾ ਚਾਹੀਦਾ ਵੀ ਜਿਹੜੇ ਅਮੀਰ ਲੋਕ ਆ ਉਹ ਗਰੀਬਾਂ ਦਾ ਅਪਮਾਨ ਕਰਨ, ਜਾਂ ਜਿਵੇਂ ਪਹਿਲਾਂ ਹੁੰਦਾ ਸੀ ਮੰਦਿਰਾਂ ਦੇ ਵਿੱਚ ਨੀਵੀਂ ਜਾਤ ਦੇ ਲੋਕਾਂ ਨੂੰ ਨਹੀਂ ਜਾਣ ਦਿੱਤਾ ਜਾਂਦਾ ਸੀਗਾ। ਸੰਵਿਧਾਨ ਨੇ ਵਿਵਸਥਾਵਾਂ ਕੀਤੀਆਂ, ਕਾਨੂੰਨੀ ਤੌਰ ਦੇ ਉੱਤੇ ਅਸੀਂ ਜਿਹੜਾ ਆ ਆਪਣੇ ਅਧਿਕਾਰ ਪ੍ਰਾਪਤ ਕਰ ਸਕਦੇ ਹਾਂ। ਰਾਸ਼ਟਰੀ ਏਕਤਾ ਅਤੇ ਅਖੰਡਤਾ, ਸਾਰਾ ਦੇਸ਼ ਇੱਕ ਹੈ। ਇੱਕ ਹੋਣ ਦੇ ਕਾਰਨ ਸਾਰੇ ਦੇਸ਼ ਜਿਹੜੇ ਹੁਣ, ਬੇਸ਼ੱਕ ਸਾਡਾ ਦੇਸ਼ ਕਈ ਰਾਜਾਂ ਅਤੇ ਕੇਂਦਰ ਸ਼ਾਸਿਤ ਇਕਾਈਆਂ ਵਿੱਚ ਵੰਡਿਆ ਹੋਇਆ ਹੈ ਨਾ, ਪਰ ਫਿਰ ਵੀ ਮੂਲ ਰੂਪ ਦੇ ਵਿੱਚ ਸਾਰਾ ਦੇਸ਼ ਸਾਡਾ ਇੱਕ ਹੈ। ਇਸ ਗੱਲ ਦੀ ਜਿਹੜੀ ਘੋਸ਼ਣਾ ਕੌਣ ਕਰਦਾ ਆ? ਸੰਵਿਧਾਨ ਦੀ ਪ੍ਰਸਤਾਵਨਾ ਕਰਦੀ ਆ। ਤਾਂ ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ਇਹ ਦੱਸਦੀ ਹੈ ਵੀ ਅਸੀਂ ਸਾਰੇ ਲੋਕ ਇੱਕ ਹਾਂ ਅਤੇ ਮਿਲ ਕੇ ਰਹਿੰਦੇ ਹਾਂ, ਅਤੇ ਸਾਡੇ ਦੇਸ਼ ਦੇ ਵਿੱਚ ਲੋਕਤੰਤਰੀ ਸ਼ਾਸਨ ਆ। ਸੋ ਬੱਚਿਓ, ਇਹ ਸੀ ਅੱਜ ਦੀ ਸਾਡੀ ਰੋਜ਼ਾਨਾ ਅਸਾਈਨਮੈਂਟ। ਕੁਛ ਇੰਪੋਰਟੈਂਟ ਕੁਐਸਚਨ ਸੀਗੇ ਜਿਹੜੇ ਆਪਾਂ ਡਿਸਕਸ ਕੀਤੇ ਆ। ਧਿਆਨ ਨਾਲ ਇਹਨੂੰ ਤੁਸੀਂ ਸੁਣ ਲਓ ਅਤੇ ਕਾਪੀ 'ਤੇ ਨੋਟ ਕਰ ਲਓ। ਆਉਣ ਵਾਲੇ ਸਮੇਂ ਵਿੱਚ ਤੁਹਾਡੇ ਲਈ ਇਹ ਬਹੁਤ ਇੰਪੋਰਟੈਂਟ ਹੋ ਸਕਦੇ ਆ। ਧੰਨਵਾਦ।